ਚਬਰ ਛਤਰ ਤਖਤ ਦੇ ਮਾਲਕ, ਗੱਦੀ ਤੇ ਸੁਭਾਏ ਮਾਨ ਸਾਹਿਬ ਸਤਿਗੁਰੂ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ, ਆਪ ਸਰਬੱਤ ਸੰਗਤਾਂ ਵਡਭਾਗੇ ਬਣੇ ਹੋ, ਜਿਨ੍ਹਾਂ ਦੇ ਉੱਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਕੀਤੀ ਹੈ, ਜੋ ਕਿ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦਾ 400 ਸਾਲਾ ਪ੍ਰਕਾਸ਼ ਗੁਰਪੁਰਬ ਅਤੇ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਸਮੁੱਚੀ ਸੰਗਤ ਦੇ ਵੱਲੋਂ, ਗੁਰਮੁਖ ਪਿਆਰਿਆਂ ਦੇ ਵੱਲੋਂ ਸਤਿਗੁਰਾਂ ਦੇ ਮੁਕੱਦਸ ਚਰਨ ਸਪਰਸ਼ ਕਰਦਿਆਂ ਧੁਰ ਕੀ ਬਾਣੀ ਦੇ ਪ੍ਰਵਾਹ ਆਰੰਭ ਹੋਏ, ਸੰਪੂਰਨਤਾ ਹੋਈ। ਭਾਈ ਸਾਹਿਬ ਹੋਣਾ ਦੇ ਵੱਲੋਂ ਅੰਮ੍ਰਿਤਮਈ ਬਾਣੀ ਦਾ ਕੀਰਤਨ, ਅਰਦਾਸ ਬੇਨਤੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਜਦੋਂ ਸੰਬੰਧ ਦੇ ਅੰਦਰ ਆਪਾਂ ਪੜ੍ਹਦੇ ਹਾਂ ਤੇ ਪਿਆਰਾ ਸਿੰਘ ਪਦਮ ਹੋਣਾ ਦਾ ਲਿਖਿਆ ਹੋਇਆ ਇੱਕ ਬੜਾ ਪਿਆਰਾ ਕਵਿਤ, ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੀ ਸਮੁੱਚੀ ਜ਼ਿੰਦਗੀ ਦੇ ਉੱਪਰ ਢੁਕਦਾ ਹੈ। ਪਿਆਰਾ ਸਿੰਘ ਪਦਮ ਜੀ ਲਿਖਦੇ ਹੈ ਕਿ ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀਐ, ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀਐ, ਬਾਹੇ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ ਬਾਹੇ ਨਾ ਛੋੜੀਐ, ਗੁਰੂ ਤੇਗ ਬਹਾਦਰ ਬੋਲਿਆ ਧਰ ਪਾਈਐ, ਧਰਮ ਨਾ ਛੋਡੀਐ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਦਾ ਅੰਦਰ ਇੰਨਾ ਕੁ ਟਿਕਿਆ ਹੋਇਆ ਹੈ ਕਿ ਕਮਾਲ ਦੀ ਗੱਲ ਹੈ ਵੀ ਕਦੀ ਵੀ ਕਿਸੇ ਚੀਜ਼ ਦੀ ਕੋਈ ਮੰਗ ਨਹੀਂ ਕੀਤੀ। ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਆਪਣੇ ਆਪ ਚੱਲ ਕੇ ਸਾਰਾ ਕੁਝ ਆਇਆ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦੇ 4 ਸਾਹਿਬਜ਼ਾਦੇ ਪਹਿਲਾਂ ਨੇ, ਬਾਬਾ ਗੁਰਦਿੱਤਾ ਜੀ, ਅਣੀ ਰਾਏ ਜੀ, ਸੂਰਜ ਮੱਲ ਜੀ, ਅਟਲ ਰਾਏ ਜੀ, ਅੱਜ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਹਰਿਮੰਦਰ ਸਾਹਿਬ ਹੋ ਰਿਹਾ ਹੈ। ਗੁਰੂ ਕਾ ਪਰਿਵਾਰ ਉਦੋਂ ਜੋ ਅੰਮ੍ਰਿਤਸਰ ਸਾਹਿਬ ਆਪਾਂ ਗੁਰੂ ਕੇ ਮਹਿਲ ਵਾਲਾ ਅਸਥਾਨ ਦੇਖਦੇ ਹਾਂ, ਇਸ ਜਗ੍ਹਾ ਦੇ ਉੱਪਰ ਜਦੋਂ ਵੀ ਕਿਤੇ ਅੰਮ੍ਰਿਤਸਰ ਸਾਹਿਬ ਜਾਈਏ ਗੁਰਮੁਖੋ, ਇਸ ਅਸਥਾਨ ਦੇ ਦਰਸ਼ਨ ਜ਼ਰੂਰ ਕਰਿਆ ਕਰੋ। ਇੱਥੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦਾ ਨਿਵਾਸ, ਇਸੇ ਗੁਰੂ ਕੇ ਮਹਿਲ ਦੇ ਅੰਦਰ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਦਾ ਨਿਵਾਸ, ਇਸੇ ਗੁਰੂ ਕੇ ਮਹਿਲ ਦੇ ਅੰਦਰ ਗੁਰੂ ਹਰਗੋਬਿੰਦ ਸਾਹਿਬ ਜੀਆਂ ਦਾ ਨਿਵਾਸ, ਤੇ ਇਸੇ ਮਹਿਲ ਦੇ ਅੰਦਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਜਿਹੜੇ 4 ਸਾਹਿਬਜ਼ਾਦੇ, ਕਿਉਂਕਿ ਬਾਬਾ ਗੁਰਦਿੱਤਾ ਜੀ ਜਿਹੜੀ ਹੈ ਇਹ ਮਾਲਵੇ ਦੀ ਧਰਤੀ ਤੇ ਇਹਨਾਂ ਦਾ ਜਿਹੜਾ ਸੀ ਜਨਮ ਹੋਇਆ ਸੀ। ਬਾਕੀ 4 ਸਾਹਿਬਜ਼ਾਦੇ ਜਿਹੜੇ ਹੈ ਉਹ ਗੁਰੂ ਕੇ ਮਹਿਲ ਦੇ ਵਿਖੇ, ਅੰਮ੍ਰਿਤਸਰ ਸਾਹਿਬ ਵਿਖੇ ਇਹਨਾਂ ਦਾ ਜਨਮ ਹੋਇਆ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤ ਵੇਲੇ ਹਰਿਮੰਦਰ ਸਾਹਿਬ ਆਸਾ ਜੀ ਦੀ ਵਾਰ ਦਾ ਕੀਰਤਨ ਪੈ ਸਰਵਣ ਕਰਦੇ ਨੇ। ਇੱਧਰ ਕੀਰਤਨ ਦੀ ਸਮਾਪਤੀ ਹੋਈ ਹੈ। ਇੱਕ ਸਿੱਖ ਨੇ ਆ ਕੇ ਹੱਥ ਜੋੜ ਕੇ ਕਿਹਾ, ਮਹਾਰਾਜ ਵਧਾਈ ਹੋਵੇ, ਤੁਹਾਡੇ ਘਰ ਦੇ ਅੰਦਰ ਅੱਜ 5ਵੇਂ ਸਾਹਿਬਜ਼ਾਦੇ ਦਾ ਜਨਮ ਹੋਇਆ ਹੈ। 1621 ਦਾ ਸਮਾਂ, ਇਤਿਹਾਸਕਾਰਾਂ ਨੇ ਉਸ ਦਿਨ ਐਤਵਾਰ ਦਾ ਦਿਨ ਵੀ ਲਿਖਿਆ ਹੈ, 1 ਅਪ੍ਰੈਲ 1621। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਸਾ ਦੀ ਵਾਰ ਦੀ ਸਮਾਪਤੀ ਤੋਂ ਬਾਅਦ ਅਰਦਾਸ ਗੁਰੂ ਰਾਮਦਾਸ ਸਾਹਿਬ ਦੇ ਅੰਦਰ ਚਰਨਾਂ ਦੇ ਵਿੱਚ ਸ਼ੁਕਰਾਨੇ ਦੀ ਅਰਦਾਸ, ਤੇ ਅਰਦਾਸ ਕਰਨ ਤੋਂ ਬਾਅਦ ਸਤਿਗੁਰੂ ਪਾਤਸ਼ਾਹ ਜੀ ਸਿੱਧੇ ਆਪਣੇ ਮਹਿਲਾਂ ਦੇ ਵਿੱਚ ਪਹੁੰਚਦੇ। ਇਤਿਹਾਸਕਾਰ ਭਾਈ ਸਾਹਿਬ ਭਾਈ ਵੀਰ ਸਿੰਘ ਹੁਣਾਂ ਨੇ ਕੁਝ ਬਚਨ ਲਿਖੇ ਹੈ। ਕਹਿੰਦੇ ਉਸ ਵੇਲੇ ਸਤਿਗੁਰੂ ਪਾਤਸ਼ਾਹ ਦੇ ਨਾਲ ਬਾਬਾ ਬਿਧੀ ਚੰਦ ਜੀ ਵਰਗੇ ਗੁਰਸਿੱਖ ਵੀ ਨਾਲ ਹੈ, ਤੇ ਸਾਹਿਬਜ਼ਾਦੇ ਦੀ ਉਮਰ ਕੁਝ ਕੁ ਘੰਟੇ, ਕੁਝ ਕੁ ਸਮੇਂ ਦੀ ਸੀ। ਤੇ ਸਤਿਗੁਰ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਆਪਣੇ ਮਹਿਲਾਂ ਦੇ ਵਿੱਚ ਜਾਂਦੇ ਹੈ
ਤੇ ਤਕਰੀਬਨ ਘੰਟੇ ਕੁ ਦੀ ਜਿਹੜੀ ਸੀ ਉਸ ਟਾਈਮ ਤੇ ਇਹਨਾਂ ਨੂੰ ਜਨਮ ਹੋਏ ਨੂੰ ਹੋਇਆ ਸੀ। ਤੇ ਜਾਂਦਿਆਂ ਆਪਣੇ ਪੁੱਤਰ ਨੂੰ ਚੁੱਕਿਆ ਹੱਥਾਂ ਦੇ ਵਿੱਚ, ਤੇ ਹੱਥਾਂ ਦੇ ਵਿੱਚ ਚੁੱਕਣ ਤੋਂ ਬਾਅਦ ਭਾਵੇਂ ਕਿ ਸ਼ਬਦ ਵਰਤਿਆ, ਇਹ ਮੇਰਾ ਤਿਆਗ ਮੱਲ ਹੈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਸ਼ਬਦ ਵਰਤ ਕੇ, ਤੇ ਇਤਿਹਾਸਕਾਰ ਲਿਖਦਾ ਹੈ ਕਿ ਨਾਲ ਸਤਿਗੁਰ ਪਾਤਸ਼ਾਹ ਨੇ ਸਾਹਿਬਜ਼ਾਦੇ ਦੇ ਚਰਨਾਂ ਵੱਲ ਥੋੜ੍ਹਾ ਜਿਹਾ ਆਪਣਾ ਸਿਰ ਵੀ ਝੁਕਾਇਆ ਹੈ। ਬਾਬਾ ਬਿਧੀ ਚੰਦ ਜੀ ਦੇਖਦੇ ਨੇ, ਬੜੇ ਸਿਆਣੇ ਸੀ ਬਾਬਾ ਬਿਧੀ ਚੰਦ ਸਾਹਿਬ, ਹਰ ਗੱਲ ਜਿਹੜੀ ਸੀ ਸੋਚ ਸਮਝ ਕੇ ਕਰਿਆ ਕਰਦੇ ਸੀ ਤੇ ਉਹਦੇ ਅਰਥ ਦੀ ਸਮਝ ਰੱਖਿਆ ਕਰਦੇ ਸਨ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਆਪਣਾ ਸਿਰ ਸਾਹਿਬਜ਼ਾਦੇ ਦੇ ਸਰੀਰ ਵੱਲ ਝੁਕਾਇਆ, ਤੇ ਬਾਬਾ ਬਿਧੀ ਚੰਦ ਸਾਹਿਬ ਨੇ ਸਵਾਲ ਕਰ ਦਿੱਤਾ ਵੀ ਇਹਦੇ ਵਿੱਚ ਗੁੱਝਾ ਭੇਦ ਕੋਈ ਨਾ ਕੋਈ ਜ਼ਰੂਰ ਹੈ। ਬਾਬਾ ਬਿਧੀ ਚੰਦ ਜੀ ਕਹਿਣ ਲੱਗੇ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਮਨ ਦੇ ਅੰਦਰ ਇੱਕ ਸ਼ੰਕਾ ਏ, ਤੇ ਮੈਂ ਚਾਹੁੰਦਾ ਸੀ ਉਹਦਾ ਹੱਲ ਵੀ ਤੁਸੀਂ ਨਾਲ ਲਗਮਾ ਹੀ ਕਰ ਦਿਓ। ਸਤਿਗੁਰ ਪਾਤਸ਼ਾਹ ਕਹਿਣ ਲੱਗੇ, ਬਾਬਾ ਬਿਧੀ ਚੰਦ ਜੀ ਕੀ? ਕਹਿਣ ਲੱਗੇ, ਮਹਾਰਾਜ 4 ਸਾਹਿਬਜ਼ਾਦੇ ਪਹਿਲਾਂ ਵੀ ਆਪ ਜੀ ਦੇ ਘਰ ਵਿੱਚ ਹੋਏ ਹੈ, ਇਹ 5ਵੇਂ ਸਾਹਿਬਜ਼ਾਦੇ ਦੀ ਆਮਦ ਹੋਈ ਹੈ, ਹਾਲੇ ਘੰਟੇ ਕੁ ਦੀ ਇਹਨਾਂ ਦੀ ਉਮਰ ਹੈ, ਆਰਜੂ ਹੈ, ਤੇ ਤੁਸੀਂ ਘਰ ਆ ਕੇ ਸਭ ਤੋਂ ਪਹਿਲਾਂ ਇਸ ਸਾਹਿਬਜ਼ਾਦੇ ਨੂੰ ਆਪਣੇ ਹੱਥਾਂ ਵਿੱਚ ਚੁੱਕਿਆ। ਚੁੱਕਣ ਤੋਂ ਬਾਅਦ ਇਹਦਾ ਨਾਮ ਤਿਆਗ ਮੱਲ ਵੀ ਰੱਖਿਆ, ਤੇ ਇਹਦੇ ਸਰੀਰ ਵੱਲ ਆਪਣਾ ਸਿਰ ਵੀ ਝੁਕਾਇਆ। ਮਹਾਰਾਜ ਇਹ ਮਨ ਦੇ ਵਿੱਚ ਸ਼ੰਕਾ ਪੈ ਗਿਆ ਵੀ ਕਾਰਨ ਕੀ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੀ ਸਰਕਾਰ ਕਹਿਣ ਲੱਗੇ, ਬਾਬਾ ਬਿਧੀ ਚੰਦ, ਇਸ ਮੇਰੇ ਪੁੱਤਰ ਵਰਗਾ ਤਿਆਗ ਕਿਸੇ ਨੇ ਨਹੀਂ ਪਾਲਣਾ। ਜਿੱਡਾ ਵੱਡਾ ਇਹਦੀ ਜ਼ਿੰਦਗੀ ਦੇ ਅੰਦਰ ਤਿਆਗ ਹੋਣਾ ਏ, ਕਿਸੇ ਟਾਈਮ ਤੇ ਤਨ ਦੇ ਬਸਤਰ ਵੀ ਤਿਆਗ ਦੇਵੇਗਾ, ਤੇ ਜਿਸ ਦਿਨ ਇੱਥੋਂ ਦੀ ਪੱਤ, ਇੱਥੋਂ ਦਾ ਧਰਮ ਜਿਹੜਾ ਉਹ ਖਤਰੇ ਵਿੱਚ ਹੋਵੇਗਾ, ਉਸ ਦਿਨ ਆਪਣਾ ਸਰੀਰ ਵੀ ਤਿਆਗ ਦੇਵੇਗਾ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਬਾਬਾ ਬਿਧੀ ਚੰਦ ਜੀ, ਇਸ ਸਰੀਰ ਵੱਲ ਅਸੀਂ ਆਪਣਾ ਸਿਰ ਤਾਂ ਝੁਕਾਇਆ ਹੈ ਕਿ ਇਹ ਉਹ ਸਰੀਰ ਹੈ ਜਿਹਨੇ ਇੱਕ ਦਿਨ ਧਰਮ ਰੱਖਿਅਕ ਬਣਨਾ ਹੈ। ਇਹਨੇ ਧਰਮ ਦੀ ਰੱਖਿਆ ਵੀ ਕਰਨੀ ਹੈ, ਇਹ ਤਿਆਗ ਮੱਲ ਵੀ ਹੈ, ਤੇ ਯਾਦ ਰੱਖਿਓ ਇਹਨਾਂ ਦੇ ਕੋਲ ਆਪਣੇ ਆਪ ਸਾਰਾ ਕੁਝ ਚੱਲ ਕੇ ਆਵੇਗਾ। ਇਤਿਹਾਸ ਇਸ ਗੱਲ ਦਾ ਗਵਾਹ ਹੈ। 3 ਚੀਜ਼ਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਆਪਣੇ ਆਪ ਚੱਲ ਕੇ ਆਈਆਂ। 4 ਚੀਜ਼ਾਂ ਇਤਿਹਾਸ ਦੇ ਮੁਤਾਬਕ। ਗੁਰਮਤਿ ਮੋਤੀ ਕਿਤਾਬ ਭਾਈ ਸਾਹਿਬ ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਦੀ, ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ 4 ਚੀਜ਼ਾਂ ਆਪਣੇ ਆਪ ਚੱਲ ਕੇ ਆਈਆਂ। ਉਹਨਾਂ ਦਾ ਆਪਾਂ ਜ਼ਿਕਰ ਕਰਾਂਗੇ। ਸਾਹਿਬਜ਼ਾਦੇ ਥੋੜ੍ਹੇ ਜਿਹੇ ਵੱਡੇ ਹੋਏ ਹੈ, ਤੇ ਆਮ ਕਰਕੇ ਜਦੋਂ ਵੀ ਦਰਬਾਰ ਸਜਿਆ ਕਰਦਾ ਸੀ ਤੇ ਮਾਤਾਵਾਂ ਜਿਹੜੀਆਂ ਸੀ ਆਪਣੇ ਸਾਹਿਬਜ਼ਾਦਿਆਂ ਨੂੰ ਤਿਆਰ ਕਰਕੇ ਉਹ ਗੁਰੂ ਕੀ ਸੰਗਤ ਵਿੱਚ ਭੇਜਿਆ ਕਰਦੀਆਂ ਸਨ। ਜਦੋਂ ਸਾਹਿਬਜ਼ਾਦੇ ਗੁਰੂ ਕੇ ਦਰਬਾਰ ਵਿੱਚ ਪਹੁੰਚਿਆ ਕਰਦੇ ਸੀ ਤੇ ਆਮ ਕਰਕੇ ਨਾ ਗੁਰੂ ਹਰਗੋਬਿੰਦ ਸਾਹਿਬ ਜੀ ਤਿਆਗ ਮੱਲ ਜੀ ਨੂੰ ਆਪਣੀ ਗੋਦੀ ਦੇ ਵਿੱਚ ਬਿਠਾ ਲਿਆ ਕਰਦੇ ਸਨ, ਇਹਨਾਂ ਦਾ ਸਤਿਕਾਰ ਕਰਿਆ ਕਰਦੇ ਸਨ। ਇੱਕ ਦਿਨ ਮਾਤ ਨਾਨਕੀ ਜੀ ਨੇ ਪੁੱਛਿਆ ਕਿ ਮਹਾਰਾਜ 4 ਸਾਹਿਬਜ਼ਾਦੇ ਤੁਹਾਡੇ ਹੋਰ ਵੀ ਇੰਨੇ ਵੱਡੇ, ਪਰ ਤੁਸੀਂ ਤਿਆਗ ਮੱਲ ਦਾ ਸਤਿਕਾਰ ਬੜਾ ਕਰਦੇ ਜੇ, ਇਹਨੂੰ ਆਪਣੀ ਗੋਦ ਵਿੱਚ ਬਿਠਾਉਂਦੇ ਜੇ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ, ਨਾਨਕੀ, ਇਹ ਉਹ ਸਰੀਰ ਹੈ ਜਿਹਨੇ ਧਰਮ ਦਾ ਰੱਖਿਅਕ ਬਣਨਾ, ਇਸ ਕਰਕੇ ਇਸ ਸਰੀਰ ਦੇ ਅੱਗੇ ਸਾਡਾ ਸਿਰ ਝੁਕ ਜਾਂਦਾ ਹੈ। ਸਮਾਂ ਆਪਣੀ ਚਾਲ ਚੱਲਿਆ। ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਸੱਚੀ ਸਰਕਾਰ, ਸਭ ਤੋਂ ਪਹਿਲੀ ਤੇ ਗੱਲ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਅੰਦਰ ਆਪਣੇ 3 ਭਰਾਵਾਂ ਦੀਆਂ ਮੌਤਾਂ ਆਪਣੀਆਂ ਅੱਖਾਂ ਦੇ ਸਾਹਮਣੇ ਵੇਖੀਆਂ। ਬਾਬਾ ਗੁਰਦਿੱਤਾ ਜੀ, ਇਸੇ ਤਰ੍ਹਾਂ ਅਣੀ ਰਾਏ ਤੇ ਅਟਲ ਰਾਏ ਜੀ, ਇਹਨਾਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਸਰੀਰ ਛੱਡਦਿਆਂ ਦੇਖਿਆ, ਤੇ ਬੜਾ ਅੰਦਰ ਜ਼ਿੰਦਗੀ ਦੇ ਅੰਦਰ ਇੱਕ ਵਿਰਾਗ ਪੈਦਾ ਹੋ ਗਿਆ। ਗੁਰੂ ਤੇਗ ਬਹਾਦਰ ਸਾਹਿਬ ਜਿੱਥੇ ਤਿਆਗੀ ਬਿਰਤੀ ਹੈ, ਉੱਥੇ ਅੰਦਰ ਵਿਰਾਗ ਵੀ ਹੈ। ਤੇ ਯਾਦ ਰੱਖਿਓ, ਜਿੰਨੀ ਦੇਰ ਤੱਕ ਬੰਦੇ ਦੇ ਅੰਦਰ ਕੁਝ ਤਿਆਗਣ ਦਾ ਸੁਭਾਅ ਨਹੀਂ ਬਣਦਾ, ਉਹਦੇ ਅੰਦਰ ਵਿਰਾਗ ਨਹੀਂ ਆ ਸਕਦਾ। ਕਿਉਂਕਿ ਤਿਆਗ ਤੇ ਵਿਰਾਗ 2 ਸ਼ਬਦ ਇਕੱਠੇ ਹੈ। ਆਮ ਕਰਕੇ ਆਪਾਂ ਕਹਿੰਦੇ ਫਲਾਨਾ ਬੰਦਾ ਜੀ, ਉਹਦੇ ਅੰਦਰ ਵਿਰਾਗ ਬੜਾ ਹੈ। ਉਹ ਕਈ ਵਾਰੀ ਕੀਰਤਨ ਸੁਣਦਾ ਤੇ ਉਹਦੀਆਂ ਅੱਖਾਂ ਵਿੱਚੋਂ ਪਾਣੀ ਵਗਦਾ ਹੈ,
ਉਹ ਕਈ ਵਾਰੀ ਗੁਰੂ ਕੀ ਕਥਾ ਸੁਣਦਾ ਹੈ ਤੇ ਉਹਦੀਆਂ ਅੱਖਾਂ ਵਿੱਚੋਂ ਪਾਣੀ ਵਗਦਾ ਹੈ। ਯਾਦ ਰੱਖਿਓ ਗੁਰਮੁਖੋ, ਅੱਖਾਂ ਵਿੱਚੋਂ ਪਾਣੀ ਵਗਣਾ ਹੋਰ ਗੱਲ ਹੈ, ਪਰ ਜਿੰਨੀ ਦੇਰ ਤੱਕ ਅੰਦਰ ਤਿਆਗ ਵਾਲੀ ਬਿਰਤੀ ਨਹੀਂ ਬਣਦੀ ਉਨੀ ਦੇਰ ਸੱਚਾ ਬੰਦਾ ਬੈਰਾਗੀ ਨਹੀਂ ਹੋ ਸਕਦਾ। ਸਭ ਤੋਂ ਪਹਿਲਾਂ ਅੰਦਰ ਤਿਆਗ ਵਾਲੀ ਬਿਰਤੀ ਚਾਹੀਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਜਿੱਥੇ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਲੰਬੇਰਾ ਸਮਾਂ ਗੁਰੂ ਹਰਗੋਬਿੰਦ ਸਾਹਿਬ ਦੀ ਹਜ਼ੂਰੀ ਵਿੱਚ ਬਤੀਤ ਕੀਤਾ ਹੈ ਤੇ 1633 ਦੇ ਵਿੱਚ ਲਾਲ ਚੰਦ ਦੀ ਧੀ ਮਾਤਾ ਬਿਸ਼ਨ ਕੌਰ ਦੀ ਪੁੱਤਰੀ ਦੇ ਨਾਲ ਉਹਨਾਂ ਦੀ ਸ਼ਾਦੀ ਵੀ ਕੀਤੀ ਜਾਂਦੀ ਹੈ। ਪਰ ਅੰਦਰ ਵਿਰਾਗ ਉਹੀ ਹੈ, ਅੰਦਰ ਸੁਰਤ ਜਿਹੜੀ ਉਹੀ ਗੁਰੂ ਸ਼ਬਦ ਦੇ ਨਾਲ ਜੁੜੀ ਹੈ, ਜਿਹੜੀ ਸੁਰਤ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤਾ ਹੈ ਕਿ ਤਾਤ ਮਾਤ ਮੁਰ ਅਲਖ ਅਰਾਧਾ ਬਹੁ ਬਿਧ ਜੋਗ ਸਾਧਨਾ ਸਾਧਾ। ਅਸਲ ਦੇ ਵਿੱਚ ਇੱਕ ਤਿਆਰੀ ਸੀ ਇਹ। ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੇ ਆਪਣੇ ਪੋਤਰੇ ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਗੁਰੂ ਹਰਿ ਸਾਹਿਬ ਨੂੰ ਗੁਰਤਾ ਗੱਦੀ ਤੇ ਸਭਾਈਮਾਨ ਕੀਤਾ। ਯਾਦ ਰੱਖਿਓ, ਅੱਜ ਦਾਦਾ ਪੋਤਰੀ ਨੂੰ ਗੁਰਤਾ ਗੱਦੀ ਦੇ ਰਿਹਾ ਹੈ ਤੇ ਇੱਕ ਦਿਨ ਉਹ ਸਮਾਂ ਆਉਣਾ ਜਿਸ ਦਿਨ ਪੋਤਰੇ ਨੇ ਦਾਦੇ ਨੂੰ ਗੁਰਤਾ ਗੱਦੀ ਦੇਣੀ ਹੈ। ਆਪਾਂ ਇਤਿਹਾਸ ਕਈ ਵਾਰੀ ਪੜ੍ਹ ਲੈਂਦੇ ਹਾਂ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਨੇ ਗੁਰੂ ਹਰਿ ਸਾਹਿਬ ਜੀ, ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਹੈ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜਿਹੜੇ ਹੈ ਇਹ ਗੁਰੂ ਹਰਿ ਸਾਹਿਬ ਦੇ ਸਪੁੱਤਰ ਨੇ ਤੇ ਗੁਰੂ ਹਰਿ ਸਾਹਿਬ ਜਿਹੜੇ ਉਹਨਾਂ ਦੇ ਚਾਚਾ ਲੱਗਦੇ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ। ਤੇ ਇੱਥੇ ਵੀ ਦਾਦੇ ਵਾਲੀ ਜਿਹੜੀ ਸੀ, ਜਦੋਂ ਦਿੱਲੀ ਦੀ ਧਰਤੀ ਤੇ ਕਿਹਾ ਸੀ ਬਾਬਾ ਬਸੇ ਗ੍ਰਾਮ ਬਕਾਲੇ ਬਾਨਗੁਰ ਸੰਗਤ ਆਪ ਸੰਭਾਲੇ, ਅੱਜ ਦਾਦੇ ਨੇ ਗੁਰਤਾ ਗੱਦੀ ਪੋਤਰੇ ਨੂੰ ਦਿੱਤੀ ਹੈ ਤੇ ਇੱਕ ਦਿਨ ਉਹ ਸਮਾਂ ਆਉਣਾ ਜਿਸ ਦਿਨ ਪੋਤਰੇ ਨੇ ਗੁਰਤਾ ਗੱਦੀ ਦਾਦੇ ਨੂੰ ਦੇਣੀ ਹੈ। ਇੱਥੇ ਗੱਲ ਸੇਵਾ ਦੀ ਹੈ, ਗੱਲ ਸਮੇਂ ਦੀ ਹੈ, ਜਦੋਂ ਉਹ ਸਮਾਂ ਬਣਨਾ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਜਿਸ ਦਿਨ ਗੁਰਤਾ ਗੱਦੀ ਆਪਣੇ ਪੋਤਰੇ ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਗੁਰੂ ਹਰਿ ਸਾਹਿਬ ਨੂੰ ਇਹ ਰਸਮ ਕੀਤੀ, ਸ਼ਾਮ ਦਾ ਵਕਤ ਹੈ। ਗੁਰਬਿਲਾਸ ਪਾਤਸ਼ਾਹੀ ਛੇਵੀਂ ਦਾ ਕਰਤਾ ਲਿਖਦਾ ਹੈ, ਗਿਆਨੀ ਗਿਆਨ ਸਿੰਘ ਹੁਣਾ ਵੀ ਇਹ ਸ਼ਬਦ ਲਿਖੇ ਹੈ ਕਿ ਜਦੋਂ ਸ਼ਾਮ ਦੇ ਵਕਤ ਮਾਤ ਨਾਨਕੀ ਗੁਰੂ ਹਰਗੋਬਿੰਦ ਸਾਹਿਬ ਦੇ ਮਹਿਲ, ਕਿਉਂਕਿ ਮਾਤਾ ਨਾਨਕੀ ਤੇ ਬੇਬੇ ਨਾਨਕੀ ਦੇ ਵਿੱਚ ਫਰਕ ਹੈ। ਜਦੋਂ ਆਪਾਂ ਬੇਬੇ ਨਾਨਕੀ ਕਹਾਂਗੇ ਉਹ ਹੈ ਗੁਰੂ ਨਾਨਕ ਸਾਹਿਬ ਤੋਂ 5 ਸਾਲ ਉਹਨਾਂ ਦੇ ਵੱਡੇ ਭੈਣ, ਤੇ ਜਦੋਂ ਮਾਤਾ ਨਾਨਕੀ ਕਹਾਂਗੇ ਉਹ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਮਹਿਲ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਜੀ। ਇੱਕ ਨਾਨਕੀ ਬੀਬੀ ਨਾਨਕੀ ਹੋਈ ਹੈ, ਉਹ ਕੰਵਰ ਨੌ ਨਿਹਾਲ ਸਿੰਘ ਦੀ ਪਤਨੀ। ਇਤਿਹਾਸ ਦੇ ਵਿੱਚ 3 ਨਾਨਕੀਆਂ ਹੈ, ਇੱਕ ਹੈ ਬੇਬੇ ਨਾਨਕੀ। ਜਦੋਂ ਬੇਬੇ ਨਾਨਕੀ ਸ਼ਬਦ ਵਰਤਾਂਗੇ ਉਦੋਂ ਸਾਡਾ ਧਿਆਨ ਜਾਵੇਗਾ ਗੁਰੂ ਨਾਨਕ ਸਾਹਿਬ ਤੋਂ 5 ਸਾਲ ਵੱਡੇ ਉਹਨਾਂ ਦੇ ਭੈਣ। ਜਦੋਂ ਮਾਤਾ ਨਾਨਕੀ ਸ਼ਬਦ ਆਵੇਗਾ ਉਦੋਂ ਗੁਰੂ ਹਰਗੋਬਿੰਦ ਸਾਹਿਬ ਦੇ ਮਹਿਲ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਜੀ। ਜਦੋਂ ਬੀਬੀ ਸ਼ਬਦ ਆਵੇਗਾ ਉਦੋਂ ਮਹਾਰਾਜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦੇ ਵਿੱਚ ਧਿਆਨ ਜਾਵੇਗਾ। ਇਹ 3 ਬੀਬੀਆਂ ਜਿਹੜੀਆਂ ਨਾਨਕੀ ਕਰਕੇ ਸ਼ਬਦ ਹੈ, ਕਈ ਵਾਰੀ ਅਸੀਂ ਭੁਲੇਖੇ ਦੇ ਵਿੱਚ ਪੈ ਜਾਂਦੇ ਹਾਂ। ਮਾਤਾ ਨਾਨਕੀ ਜੀ ਗੁਰੂ ਹਰਗੋਬਿੰਦ ਸਾਹਿਬ ਆਪਣੇ ਪਤੀ ਜੀ ਨੂੰ ਪ੍ਰਸ਼ਾਦਾ ਛਕਾ ਰਹੇ ਨੇ, ਸਤਿਗੁਰਾਂ ਨੇ ਪ੍ਰਸ਼ਾਦਾ ਛਕਿਆ, ਰੁਮਾਲ ਦੇ ਨਾਲ ਹੱਥ ਪੂੰਝਦੇ ਪਏ ਨੇ ਤੇ ਮਾਤਾ ਨਾਨਕੀ ਨੇ ਝੋਲੀ ਅੱਗੇ ਕਰਕੇ ਕਿਹਾ ਸੀ, ਸਤਿਗੁਰੂ ਕੁਝ ਮੰਗਣ ਵਾਸਤੇ ਆਈ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ, ਨਾਨਕੀ ਮੰਗੋ, ਕੀ ਚਾਹੀਦਾ ਹੈ? ਕਹਿਣ ਲੱਗੇ, ਮਹਾਰਾਜ ਮੇਰਾ ਪੁੱਤਰ ਤੇਗ ਬਹਾਦਰ ਕਿਸੇ ਨਾਲ ਬੋਲਦਾ ਚਾਲਦਾ ਨਹੀਂ, ਸੱਚੀ ਨਹੀਂ ਸੀ ਬੋਲਦੇ ਕਿਸੇ ਨਾਲ। ਗੁਰੂ ਤੇਗ ਬਹਾਦਰ ਸਾਹਿਬ ਸੰਗਤ ਵਿੱਚ ਵੀ ਆਉਂਦੇ ਸੀ, ਨੀਵੀਂ ਪਾ ਕੇ ਚੌਂਕੜਾ ਮਾਰ ਕੇ ਬੈਠ ਜਾਂਦੇ ਸਨ। ਕਿਸੇ ਦੇ ਨਾਲ ਕੋਈ ਬੋਲ ਚਾਲ ਨਹੀਂ, ਸਿਰਫ ਅੰਦਰ ਟਿਕਿਆ ਹੋਇਆ ਹੈ। ਤੇ ਯਾਦ ਰੱਖਿਓ, ਮੈਂ ਪਹਿਲਾਂ ਇਹ ਗੱਲ ਕਹੀ ਸੀ, ਜਦੋਂ ਅੰਦਰ ਤਿਆਗ ਵਾਲੀ ਬਿਰਤੀ ਆਉਂਦੀ ਫਿਰ ਅੰਦਰ ਵਿਰਾਗ ਆਉਂਦਾ ਹੈ। ਤੇ ਉਹ ਤਿਆਗ ਵਾਲੀ ਬਿਰਤੀ ਛੋਟੀ ਉਮਰ ਦੇ ਵਿੱਚ ਆਪਾਂ ਉਹ ਸਾਖੀ ਪੜ੍ਹਦੇ ਹਾਂ, ਕਈ ਵਾਰੀ ਸੁਣਦੇ ਵੀ ਹਾਂ ਕਿ ਜਿਸ ਦਿਨ ਬਾਬਾ ਗੁਰਦਿੱਤਾ ਜੀ ਦੀ ਸ਼ਾਦੀ ਵੱਡੇ ਭਰਾ ਦੀ, ਸਿਆਲ ਦਾ ਠੰਡ ਦਾ ਮੌਸਮ ਹੈ, ਮਾਤਾ ਨਾਨਕੀ ਨੇ ਆਪਣੇ ਪੁੱਤਰ ਤੇਗ ਬਹਾਦਰ ਸਾਹਿਬ ਨੂੰ ਬੜੇ ਸੋਹਣੇ ਕੱਪੜੇ ਪਾਏ, ਸੋਹਣਾ ਜੋੜਾ ਪਾਇਆ ਹੈ ਤੇ ਅੱਜ ਵੱਡੇ ਘਰ ਦੀ ਬਰਾਤ ਚੜ੍ਹ ਲੱਗੀ ਤੇ ਸਾਰੇ ਲੋਕ ਜਿਹੜੇ ਸੀ ਉਸ ਬਰਾਤ ਨੂੰ ਵੇਖਣ ਦੇ ਵਾਸਤੇ ਬਾਹਰ ਆਏ ਹੈ, ਕਿਉਂਕਿ ਗੁਰੂ ਨਾਨਕ ਦਾ ਘਰ ਵੱਡਾ ਘਰ ਹੈ। ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਵੱਡੇ ਪੁੱਤਰ ਦੀ ਸ਼ਾਦੀ ਹੈ,
ਕਿਸੇ ਰਾਜੇ ਮਹਾਰਾਜਿਆਂ ਤੋਂ ਘੱਟ ਨਹੀਂ ਸਨ। ਤੇ ਲੋਕ ਜਿਹੜੇ ਸੀ ਉਸ ਸ਼ਾਦੀ ਨੂੰ ਵੇਖਣ ਵਿੱਚ ਪਹੁੰਚੇ ਹੈ। ਜਿਸ ਵੇਲੇ ਸਾਹਿਬਜ਼ਾਦੇ ਤਿਆਗ ਮੱਲ ਜੀ ਆਏ, ਕੀ ਦੇਖਿਆ ਕਿ ਇੱਕ ਬੱਚਾ ਜਿਹੜਾ ਤਨ ਤੋਂ ਨੰਗਾ, ਪੈਰਾਂ ਤੋਂ ਨੰਗਾ ਹੈ, ਉਹਨੂੰ ਲੋਕ ਬਾਹਾਂ ਤੋਂ ਫੜ ਕੇ ਪਿੱਛੇ ਕਰਦੇ ਆ। ਇਹ ਸਾਡਾ ਸੁਭਾਅ ਹੈ, ਜਿਹਦੇ ਕੱਪੜੇ ਮਾੜੇ ਹੋਣ, ਗਰੀਬ ਹੋਵੇ, ਉਹਨੂੰ ਹਮੇਸ਼ਾ ਲੋਕ ਧੱਕੇ ਮਾਰ ਕੇ ਪਿੱਛੇ ਕਰਦੇ ਆ। ਬੰਦਾ ਕਰਦਾਰ ਦਾ ਕਿੰਨਾ ਵੀ ਮਾੜਾ ਹੋਵੇ, ਸੋਹਣੇ ਕੱਪੜੇ ਪਾਏ ਹੋਣ, ਚੰਗੇ ਵੱਡੇ ਘਰ ਦਾ ਹੋਵੇ, ਤੇ ਲੋਕ ਫੜ ਫੜ ਕੇ ਅੱਗੇ ਕਰਦੇ ਆ, ਇਹ ਫਲਾਣੇ ਲੀਡਰ ਦਾ ਪੁੱਤ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਦੇਖਿਆ ਉਸ ਬੱਚੇ ਨੂੰ ਲੋਕ ਧੱਕੇ ਮਾਰ ਕੇ ਪਿੱਛੇ ਕਰਦੇ, ਤੂੰ ਅੱਗੇ ਕਿੱਧਰ ਚੱਲਿਆ ਏ। ਦੂਸਰਾ ਠੰਡ ਦੇ ਨਾਲ ਉਹ ਕੰਬਦਾ ਪਿਆ ਏ। ਤੇ ਸਾਹਿਬਜ਼ਾਦੇ ਤਿਆਗ ਮੱਲ ਜੀ ਕੋਲ ਗਏ, ਬਾਹੋਂ ਪਕੜਿਆ, ਪਾਸੇ ਲੈ ਗਏ, ਜਾ ਕੇ ਇੱਕ ਗੱਲ ਕਹੀ ਸੀ, ਤੇਰੇ ਘਰ ਦੇ ਵਿੱਚ ਕੱਪੜੇ ਨਹੀਂ, ਤੇਰੀ ਮਾਂ ਨੇ ਤੈਨੂੰ ਕੱਪੜੇ ਨਹੀਂ ਪਾਏ। ਉਹਨੇ ਰੋ ਕੇ ਕਿਹਾ, ਬਾਬਾ ਕਿਹੜੀ ਮਾਂ ਚਾਹੁੰਦੀ ਉਹਦਾ ਪੁੱਤ ਠੰਡ ਦੇ ਵਿੱਚ ਤੁਰਿਆ ਫਿਰੇ? ਕਿਹੜੀ ਮਾਂ ਚਾਹੁੰਦੀ ਹੈ ਕਿ ਉਹਦਾ ਪੁੱਤ ਠੰਡ ਦੇ ਵਿੱਚ ਇਸ ਤਰ੍ਹਾਂ ਕੰਬਦਾ ਫਿਰੇ? ਮੇਰੀ ਵੀ ਮਾਂ ਚਾਹੁੰਦੀ ਹੈ ਕਿ ਮੇਰੇ ਤਨ 'ਤੇ ਕੱਪੜਾ ਪਾਉਣ ਵਾਸਤੇ ਹੋਵੇ, ਪਰ ਬਾਬਾ ਸਾਡੇ ਘਰ ਖਾਣ ਵਾਸਤੇ ਰੋਟੀ ਨਹੀਂ, ਤੇ ਤਨ 'ਤੇ ਪਾਉਣ ਵਾਸਤੇ ਕੱਪੜੇ ਕਿੱਥੋਂ ਹੋਣੇ ਹੈ? ਉਸ ਵੇਲੇ ਦੇਖਿਆ ਵੀ ਹਾਣੀ ਹੈ, ਆਪਣੇ ਤਨ ਦੇ ਕੱਪੜੇ ਲਾਏ, ਉਸ ਬੱਚੇ ਦੀ ਗਲ ਵਿੱਚ ਪਵਾਏ, ਆਪਣੇ ਪੈਰਾਂ ਤੋਂ ਜੋੜਾ ਲਾ ਕੇ ਉਹਦੇ ਪੈਰਾਂ ਦੇ ਵਿੱਚ ਪਾਇਆ। ਜਿਹੜੇ ਕੋਲ ਪੈਸੇ ਸੀ ਉਹ ਵੀ ਉਹਦੇ ਹੱਥ ਦੇ ਵਿੱਚ ਦਿੱਤੇ ਹੈ। ਤੇ ਜਿਹਨੂੰ ਧੱਕੇ ਮਾਰ ਕੇ ਲੋਕ ਪਿੱਛੇ ਕਰਦੇ ਸੀ, ਗੁਰੂ ਨਾਨਕ ਦੇ ਘਰ ਦਾ ਇਹ ਸੁਭਾਅ ਹੈ, ਜਿਹਨੂੰ ਲੋਕ ਧੱਕੇ ਮਾਰ ਕੇ ਪਿੱਛੇ ਕਰਦੇ ਹੋਣ, ਯਾਦ ਰੱਖਿਓ ਗੁਰੂ ਨਾਨਕ ਦੇ ਦਰ ਤੇ ਡਿੱਗ ਪਵੇ, ਗੁਰੂ ਨਾਨਕ ਸਾਹਿਬ ਬਾਂਹ ਪਕੜ ਕੇ ਅੱਗੇ ਕਰ ਦਿੰਦੇ ਆ। ਗੁਰੂ ਤੇਗ ਬਹਾਦਰ ਸਾਹਿਬ ਉਸ ਬੱਚੇ ਦੀ ਬਾਂਹ ਪਕੜੀ ਤੇ ਸਭ ਤੋਂ ਅੱਗੇ ਬਰਾਤ ਦੇ ਵਿੱਚ ਉਹਨੂੰ ਅੱਗੇ ਕੀਤਾ, ਤੇ ਆਪ ਘਰ ਦੇ ਵਿੱਚ ਗਏ ਹੈ। ਮਾਤਾ ਨਾਨਕੀ ਜੀ ਨੇ ਦੇਖਿਆ, ਝਿੜਕਦੇ ਪਏ ਨੇ ਕਿ ਕੱਪੜੇ ਕਿੱਥੇ ਲਾ ਕੇ ਦੇ ਆਏ ਆ। ਗੁਰੂ ਹਰਗੋਬਿੰਦ ਸਾਹਿਬ ਜੀ ਆਏ, ਨਾਨਕੀ ਕੀ ਗੱਲ ਹੋਈ ਹੈ? ਕਹਿਣ ਲੱਗੇ, ਦੇਖੋ ਨਵੇਂ ਕੱਪੜੇ ਪਾਏ ਸੀ, ਆਪਣੇ ਪੈਰਾਂ ਦਾ ਜੋੜਾ ਤੇ ਤਨ ਦੇ ਕੱਪੜੇ ਲਾ ਕੇ ਕਿਸੇ ਨੂੰ ਦੇ ਆਇਆ ਏ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਘੁੱਟ ਕੇ ਸੀਨੇ ਨਾਲ ਲਾ ਕੇ ਕਿਹਾ ਸੀ, ਨਾਨਕੀ ਮੇਰੇ ਪੁੱਤ ਨੂੰ ਝਿੜਕੀ ਨਾ, ਅੱਜ ਕਿਸੇ ਦਾ ਨੰਗਾ ਤਨ ਦੇਖਿਆ ਏ ਤੇ ਤਨ ਦੇ ਕੱਪੜੇ ਲਾ ਕੇ ਦੇ ਆਇਆ ਏ। ਜਿਸ ਦਿਨ ਦਾ ਇੱਥੋਂ ਧਰਮ ਨਗਨ ਹੋਵੇਗਾ, ਧਰਮ ਖਤਰੇ ਵਿੱਚ ਹੋਵੇਗਾ, ਇਹ ਆਪਣਾ ਤਨ ਵੀ ਦੇ ਕੇ ਆ ਜਾਏਗਾ। ਇਹਨਾਂ ਦਾ ਸੁਭਾਅ, ਇਹਨਾਂ ਨੂੰ ਝਿੜਕੀ ਨਾ। ਫਿਰ ਕੱਪੜੇ ਉਹਨਾਂ ਨੂੰ ਨਵੇਂ ਪਾਏ ਗਏ। ਇਹ ਸਮਾਂ ਆਪਣੀ ਚਾਲ ਚੱਲਿਆ। ਅੱਜ ਮਾਤਾ ਨਾਨਕੀ ਨੇ ਹੱਥ ਜੋੜ ਕੇ ਕਿਹਾ, ਮਹਾਰਾਜ ਕੁਝ ਮੰਗਣ ਵਾਸਤੇ ਆਈ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ, ਮੰਗੋ। ਕਹਿਣ ਲੱਗੇ, ਦੇਖੋ ਤਿਆਗ ਮੱਲ ਕਿਸੇ ਨਾਲ ਬੋਲਦਾ ਨਹੀਂ, ਕਿਸੇ ਨਾਲ ਕੋਈ ਗੱਲਬਾਤ ਨਹੀਂ ਕਰਦਾ, ਮਹਾਰਾਜ ਮੇਰੇ ਪੁੱਤ ਦਾ ਗੁਜ਼ਾਰਾ ਕਿਵੇਂ ਹੋਵੇਗਾ? ਤੁਸੀਂ ਗੁਰਤਾ ਗੱਦੀ ਆਪਣੇ ਪੋਤਰੇ ਨੂੰ ਦਿੱਤੀ ਹੈ, ਤੇ ਸਭ ਤੋਂ ਪਹਿਲਾ ਮੱਥਾ ਮੇਰੇ ਪੁੱਤਰ ਨੇ ਆਪਣੇ ਭਤੀਜੇ ਦੇ ਅੱਗੇ ਟੇਕਿਆ। ਭਤੀਜੇ ਲੱਗਦੇ ਸੀ ਨਾ ਗੁਰੂ ਹਰਿ ਸਾਹਿਬ, ਤੇ ਉਮਰ ਦੇ ਵਿੱਚ ਵੀ ਵੱਡੇ ਆ ਤੇਗ ਬਹਾਦਰ ਜੀ। ਤਕਰੀਬਨ ਇਤਿਹਾਸਕਾਰ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਤੇ 10-11 ਸਾਲ ਦਾ ਫਰਕ ਹੈ ਉਮਰ ਦਾ ਵੀ। ਫਿਰ ਰਿਸ਼ਤੇਦਾਰੀ ਵਿੱਚ ਉਂਝ ਵੀ ਉਹਨਾਂ ਦੇ ਚਾਚੇ ਲੱਗਦੇ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਗੁਰਤਾ ਗੱਦੀ ਦਿੱਤੀ ਸੀ ਨਾ ਗੁਰੂ ਹਰਿ ਸਾਹਿਬ ਨੂੰ, ਤੇ ਇਹ ਤੇ ਗੁਰੂ ਕੇ ਘਰਾਂ ਦੇ ਵਿੱਚ ਸੀ ਕਿ ਪਹਿਲਾ ਮੱਥਾ ਗੁਰੂ ਟੇਕਿਆ ਕਰਦਾ ਸੀ। ਉਸ ਤੋਂ ਬਾਅਦ ਲੋਕ ਸਮਝ ਲਿਆ ਕਰਦੇ ਸੀ ਇਹ ਜੋਤ ਇਸ ਸਰੀਰ ਵਿੱਚ ਆ ਗਈ ਹੈ, ਤੇ ਫਿਰ ਸੰਗਤਾਂ ਮੱਥਾ ਟੇਕਿਆ ਕਰਦੀਆਂ ਸਨ। ਗੁਰੂ ਹਰਗੋਬਿੰਦ ਸਾਹਿਬ ਦੇ ਮੱਥਾ ਟੇਕਣ ਤੋਂ ਬਾਅਦ ਹਾਲੇ ਸਤਿਗੁਰਾਂ ਨੇ ਕਿਹਾ ਨਹੀਂ ਸੀ ਕਿ ਗੁਰੂ ਹਰਿ ਸਾਹਿਬ ਨੂੰ ਮੱਥਾ ਟੇਕੋ। ਸਭ ਤੋਂ ਪਹਿਲਾਂ ਸੰਗਤ ਵਿੱਚੋਂ ਉੱਠ ਕੇ ਆ ਕੇ ਤੇ ਤਿਆਗ ਮੱਲ ਨੇ ਉਹਨਾਂ ਦੇ ਚਰਨਾਂ 'ਤੇ ਸਿਰ ਰੱਖ ਦਿੱਤਾ ਸੀ। ਮਾਤਾ ਨਾਨਕੀ ਨੇ ਕਿਹਾ, ਦੇਖੋ ਭਾਵੇਂ ਭਤੀਜੇ ਲੱਗਦੇ ਹੈ, ਪਰ ਗੁਰੂ ਜੋਤ ਸਮਝ ਕੇ ਸਭ ਤੋਂ ਪਹਿਲਾ ਮੱਥਾ ਮੇਰੇ ਪੁੱਤਰ ਨੇ ਟੇਕਿਆ ਹੈ। ਕੋਈ ਇਹਨਾਂ ਨੇ ਲੜਾਈ ਝਗੜਾ ਨਹੀਂ ਕੀਤਾ, ਕੋਈ ਈਰਖਾ ਨਹੀਂ ਕੀਤੀ। ਮਹਾਰਾਜ ਮੈਨੂੰ ਸਮਝ ਨਹੀਂ ਆਉਂਦੀ ਮੇਰੇ ਪੁੱਤ ਦਾ ਗੁਜ਼ਾਰਾ ਕਿਵੇਂ ਹੋਵੇਗਾ। ਇੱਕ ਮਾਂ ਹੋਣ ਦੇ ਨਾਤੇ ਇਹ ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਨ ਲੱਗੀ ਹਾਂ। ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ, ਨਾਨਕੀ ਇੱਕ ਤੇ ਤੁਸੀਂ ਹੁਣ ਇੱਥੋਂ ਬਕਾਲੇ ਦੀ ਧਰਤੀ 'ਤੇ ਚਲੇ ਜਾਣਾ ਹੈ। ਦੇਖੋ ਗੁਰੂ ਘਰ ਦੇ ਅੰਦਰ ਈਰਖਾ ਨੂੰ ਕੋਈ ਥਾਂ ਨਹੀਂ ਜੇ। ਜਦੋਂ ਆਪਾਂ ਗੁਰੂ ਦਾ ਇਤਿਹਾਸ ਪੜ੍ਹਦੇ ਨਾ, ਹਾਲਾਂਕਿ ਅਸੀਂ ਗੁਰੂ ਘਰਾਂ ਵਿੱਚ ਰਹਿੰਦੇ ਹੋਏ ਆਪਸ ਵਿੱਚ ਇੱਕ ਦੂਜੇ ਨਾਲ ਈਰਖਾ ਕਰਦੇ ਹਾਂ, ਪਰ ਯਾਦ ਰੱਖਿਓ ਈਰਖਾ ਨੂੰ ਗੁਰੂ ਘਰ ਵਿੱਚ ਥੋੜ੍ਹੀ ਜਿੰਨੀ ਵੀ ਥਾਂ ਨਹੀਂ। ਗੁਰੂ ਨਾਨਕ ਸਾਹਿਬ ਕਰਤਾਰਪੁਰ ਦੀ ਧਰਤੀ 'ਤੇ ਗੁਰਤਾ ਗੱਦੀ ਦਿੰਦੇ ਹੈ, ਤੇ ਨਾਲ ਬਚਨ ਕੀ ਕਰਦੇ ਹੈ, ਗੁਰੂ ਅੰਗਦ ਸਾਹਿਬ ਨੂੰ ਖਡੂਰ ਚਲੇ ਜਿਓ, ਇੱਥੇ ਈਰਖਾ ਹੈ। ਖਡੂਰ ਸਾਹਿਬ ਦੀ ਧਰਤੀ 'ਤੇ ਗੁਰਤਾ ਗੱਦੀ ਦਿੱਤੀ ਜਾਂਦੀ ਹੈ। ਗੁਰੂ ਅਮਰਦਾਸ ਨੂੰ ਨਾਲ ਹੁਕਮ ਹੁੰਦਾ ਹੈ, ਗੋਇੰਦਵਾਲ ਸਾਹਿਬ ਚਲੇ ਜਿਓ, ਇੱਥੇ ਈਰਖਾ ਹੈ।
ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਪਰ ਗੁਰਤਾ ਗੱਦੀ ਦਿੱਤੀ ਜਾਂਦੀ ਹੈ। ਨਾਲ ਬਚਨ ਕੀ ਕੀਤਾ ਜਾਂਦਾ ਹੈ, ਇੱਥੇ ਈਰਖਾ ਹੈ, ਗੁਰੂ ਕੇ ਚੱਕ ਚਲੇ ਜਿਓ ਅੰਮ੍ਰਿਤਸਰ ਸਾਹਿਬ। ਗੁਰੂ ਕੇ ਚੱਕ ਅੰਮ੍ਰਿਤਸਰ ਸਾਹਿਬ ਗੁਰਤਾ ਗੱਦੀ ਦਿੱਤੀ ਜਾਂਦੀ ਹੈ। ਗੁਰੂ ਅਰਜਨ ਸਾਹਿਬ ਨੂੰ ਹੁਕਮ ਕੀ ਕੀਤਾ ਜਾਂਦਾ ਹੈ, ਅਰਜਨ ਦੇਵ ਇੱਥੇ ਨਹੀਂ ਰਹਿਣਾ, ਭਰਾ ਈਰਖਾ ਕਰੇਗਾ, ਗੁਰੂ ਕੀ ਵਡਾਲੀ ਚਲੇ ਜਾਇਓ। ਗੁਰੂ ਕੀ ਵਡਾਲੀ ਗਏ। ਗੁਰੂ ਸਾਹਿਬਾਂ ਦਾ ਇਤਿਹਾਸ ਹੈ ਇਹ ਸਾਡੇ ਸਾਹਮਣੇ, ਵੀ ਜਿੱਥੇ ਈਰਖਾ ਉੱਥੇ ਰਹਿਣਾ ਨਹੀਂ। ਈਰਖਾ ਦੇ ਵਿੱਚ ਕਦੇ ਮਨ ਟਿਕ ਨਹੀਂ ਸਕਦਾ, ਈਰਖਾ ਦੇ ਵਿੱਚ ਕਦੇ ਮਨ ਨੂੰ ਸ਼ਾਂਤੀ ਨਹੀਂ ਆ ਸਕਦੀ, ਈਰਖਾ ਦੇ ਵਿੱਚ ਬੰਦਾ ਹਮੇਸ਼ਾ ਭਟਕਦਾ ਰਹੇਗਾ। ਪਰ ਸਾਡਾ ਸੁਭਾਅ ਬਣ ਚੁੱਕਾ ਹੈ ਈਰਖਾ ਦੇ ਨਾਲ। ਤਾਂ ਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਦਾਹਰਨ ਦਿੱਤੀ ਸੀ, ਕਹਿੰਦੇ ਡੱਡੂ ਵੀ ਚਿੱਕੜ ਦੇ ਵਿੱਚ ਰਹਿੰਦਾ ਤੇ ਕਮਲ ਦਾ ਫੁੱਲ ਵੀ ਚਿੱਕੜ ਦੇ ਵਿੱਚ ਹੈ। ਪਰ ਕਮਲ ਦੇ ਫੁੱਲ ਦਾ ਨਾਤਾ ਸੂਰਜ ਦੇ ਨਾਲ ਹੈ, ਡੱਡੂ ਦਾ ਨਾਤਾ ਚਿੱਕੜ ਦੇ ਨਾਲ ਹੈ। ਕਹਿੰਦੇ ਬਿਰਤੀ ਕਮਲ ਫੁੱਲ ਵਰਗੀ ਬਣਾ ਕੇ ਰੱਖੇਗਾ, ਸੁਰਤ ਗੁਰੂ ਸ਼ਬਦ ਨਾਲ ਜੋੜ ਕੇ ਰੱਖੇਗਾ, ਹਮੇਸ਼ਾ ਖਿੜਿਆ ਰਵੇਗਾ। ਜੇ ਡੱਡੂ ਵਰਗਾ ਸੁਭਾਅ ਰੱਖ ਕੇ ਈਰਖਾ ਖਾਂਦਾ ਰਵੇਗਾ, ਪੱਲੇ ਕੱਖ ਨਹੀਂ ਪਵੇਗਾ। ਦਾਦਰ ਤੂੰ ਕਬਹਿ ਨਾ ਜਾਣਸਰੇ, ਭਖਸ ਸਬਾਲ ਬਸਸ ਨਿਰਮਲ ਜਲ, ਅੰਮ੍ਰਿਤ ਨਾ ਲਖਸਰੇ। ਰਹਿੰਦਾ ਤੂੰ ਵੀ ਚਿੱਕੜ ਦੇ ਵਿੱਚ ਹੈ ਤੇ ਕਮਲ ਦਾ ਫੁੱਲ ਵੀ। ਬਸ ਸਾਡਾ ਸੁਭਾਅ ਹੈ, ਅਸੀਂ ਰਹਿੰਦੇ ਗੁਰੂ ਘਰ ਦੇ ਅੰਦਰ ਹੈ, ਪਰ ਕਿਸੇ ਦਾ ਸੁਭਾਅ ਮੇਰੇ ਵਰਗੇ ਦਾ ਚਿੱਕੜ ਦੇ ਨਾਲ, ਈਰਖਾ ਦੇ ਨਾਲ, ਕਿਸੇ ਦਾ ਗੁਰੂ ਸ਼ਬਦ ਦੇ ਨਾਲ। ਇਹ ਅਸੀਂ ਆਪਣਾ ਸੁਭਾਅ ਦੇਖਣਾ ਵੀ ਕਿਹੋ ਜਿਹਾ ਬਣਾਉਣਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਬਾਰੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ, ਨਾਨਕੀ ਸਮਾਂ ਆਵੇਗਾ ਤੂੰ ਕਹਿੰਦੀ ਤੇਰੇ ਪੁੱਤਰ ਨੂੰ ਜਾਣਦਾ ਕੋਈ ਨਹੀਂ, ਜਿਹੜੇ ਕੰਮ ਤੇਰੇ ਪੁੱਤ ਨੇ ਕਰ ਜਾਣੇ ਇਹਨਾਂ ਦੀ ਬਰਾਬਰਤਾ ਕਿਸੇ ਨਹੀਂ ਕਰਨੀ। ਤੇਰੇ ਘਰ ਦੇ ਵਿੱਚ ਜਿਹੜਾ ਪੋਤਰਾ ਆਉਣਾ ਹੈ ਨਾ, ਯਾਦ ਰੱਖੀ ਉਹਦੇ ਵਰਗਾ ਨਾ ਦੁਨੀਆ ਤੇ ਕੋਈ ਹੋਇਆ ਤੇ ਨਾ ਕੋਈ ਹੋਣਾ ਹੀ ਹੈ। ਤੁਸੀਂ ਜਿਹੜਾ ਬਕਾਲੇ ਦੀ ਧਰਤੀ ਤੇ ਚਲੇ ਜਾਓ, 3 ਚੀਜ਼ਾਂ ਮਾਤਾ ਨਾਨਕੀ ਦੀ ਝੋਲੀ ਵਿੱਚ ਪਾਈਆਂ। ਇੱਕ ਕਟਾਰ ਪਾਈ, ਕਹਿਣ ਲੱਗੇ ਆ ਮੇਰੇ ਪੋਤਰੇ ਨੂੰ ਦੇ ਦਿਓ। ਇੱਕ 5 ਗ੍ਰੰਥੀ ਪਾਈ, ਕਹਿਣ ਲੱਗੇ ਆ ਮੇਰੀ ਨੌਂ ਨੂੰ ਦੇ ਦਿਓ। ਇੱਕ ਸਤਿਗੁਰਾਂ ਨੇ ਹੱਥ ਪੂੰਝਣ ਵਾਲਾ ਰੁਮਾਲ ਝੋਲੀ 'ਚ ਪਾ ਕੇ ਕਹਿਣ ਲੱਗੇ ਆ ਮੇਰੇ ਪੁੱਤਰ ਨੂੰ ਦੇ ਦਿਓ, ਤੇਗ ਬਹਾਦਰ ਨੂੰ। ਇਤਿਹਾਸਕਾਰ ਲਿਖਦਾ ਹੈ ਕਿ ਬਾਪੂ ਦਾ ਦਿੱਤਾ ਹੋਇਆ ਰੁਮਾਲ ਇੱਕ ਦਿਨ ਉਹ ਚਾਦਰ ਦਾ ਰੂਪ ਧਾਰਨ ਕਰ ਗਿਆ ਤੇ ਮਾਤਾ ਗੁਜਰੀ ਜੀ ਜਿਹੜੇ ਗੁਰੂ ਕੇ ਮਹਿਲ ਹੈ, ਗੁਰੂ ਤੇਗ ਬਹਾਦਰ ਸਾਹਿਬ ਦੇ ਪਿਤਾ ਗੁਰੂ ਦੀ ਦਿੱਤੀ ਹੋਈ ਪੋਥੀ ਜਿਹੜੀ ਸੀ, ਉਹਨੂੰ ਬਾਣੀ ਨੂੰ ਪੜ੍ਹ ਕੇ ਤਾਤ ਮਾਤ ਮੁਰ ਅਲਖ ਅਰਾਧਾ, ਉਹ ਰੱਬ ਦੀ ਅਰਾਧਨਾ ਕੀਤੀ ਤੇ ਜਿਹੜਾ ਪ੍ਰਮਾਤਮਾ ਖੁਸ਼ ਹੋ ਕੇ ਉਹਨਾਂ ਦੇ ਘਰ ਦੇ ਅੰਦਰ ਆਪ ਦੁਸ਼ਟ ਦਮਨ ਜੀ ਪੈਦਾ ਹੋਏ। ਬਕਾਲੇ ਦੀ ਧਰਤੀ ਦੇ ਉੱਪਰ ਰਹਿ ਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਇਕੱਲੀ ਤਪੱਸਿਆ ਨਹੀਂ, ਭੋਰੇ ਦੇ ਬਾਰੇ ਬੜੀਆਂ ਗੱਲਾਂ ਹੁੰਦੀਆਂ। ਕਈ ਵਾਰੀ ਆਪਾਂ ਕਹਿੰਦੇ ਜੀ ਮਰਜ ਭੋਰੇ ਵਿੱਚ ਨਹੀਂ ਰਹੇ, ਕੋਈ ਕਹਿੰਦਾ ਰਹੇ, ਪਰ ਗੁਰੂ ਤੇਗ ਬਹਾਦਰ ਸਾਹਿਬ ਦੇ ਤਕਰੀਬਨ ਜਿੰਨੇ ਵੀ ਗੁਰਦੁਆਰੇ ਸਾਹਿਬ ਹੈ ਨਾ, ਜਿਹੜੇ ਮੇਨ ਗੁਰਦੁਆਰਾ ਆਨੰਦਪੁਰ ਸਾਹਿਬ ਚਲੇ ਜੀ, ਉੱਥੇ ਵੀ ਗੁਰੂ ਕਾ ਭੋਰਾ ਗੁਰੂ ਤੇਗ ਬਹਾਦਰ ਸਾਹਿਬ ਦਾ। ਇਸੇ ਤਰ੍ਹਾਂ ਜਦੋਂ ਆਪਾਂ ਸਰਸਾਮ ਦੀ ਧਰਤੀ ਤੇ ਪੜ੍ਹਦੇ, ਉੱਥੇ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਭੋਰਾ। ਇਹਨਾਂ ਦਾ ਸੁਭਾਅ ਸੀ ਇੱਕ ਡੂੰਘਾ ਥਾਂ ਪੁੱਟ ਕੇ ਨੀਵੇਂ ਥਾਂ ਦੇ ਉੱਪਰ ਸੰਗਤ ਤੋਂ ਨੀਵੇਂ ਹੋ ਕੇ ਸਤਿਗੁਰ ਪਾਤਸ਼ਾਹ ਮਹਾਰਾਜ ਸ਼ਬਦ ਨਾਲ ਜੁੜਿਆ ਕਰਦੇ ਸਨ। ਇਹਨਾਂ ਦਾ ਸੁਭਾਅ ਸੀ ਇੱਕ। ਇਹਨਾਂ ਦੇ 4-5 ਜਗ੍ਹਾ ਗੁਰਦੁਆਰੇ ਸਾਹਿਬ ਐਸੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਭੋਰੇ ਬਣੇ ਹੈ, ਉਹਨਾਂ ਦੇ ਨਾਮ ਦੇ ਨਾਲ ਜੁੜੇ ਹੋਏ ਹੈ, ਕਿਉਂਕਿ ਇਹਨਾਂ ਦਾ ਸੁਭਾਅ ਸੀ ਰੱਬ ਦੀ ਇਬਾਦਤ ਦੇ ਨਾਲ ਜੁੜਨਾ। ਤੇ ਬਕਾਲੇ ਦੀ ਧਰਤੀ ਦੇ ਉੱਪਰ ਜਿੱਥੇ ਲੰਬੇਰਾ ਸਮਾਂ ਤਪੱਸਿਆ ਕੀਤੀ, ਇੱਥੇ ਬਕਾਲੇ ਦੀ ਧਰਤੀ ਤੇ ਆ ਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ 4 ਚੀਜ਼ਾਂ ਆਪਣੇ ਆਪ ਆਈਆਂ। ਜਿੱਥੇ 22 ਗੱਦੀ ਲਾ ਕੇ ਬੈਠੇ ਸੀ, ਗੁਰੂ ਤੇਗ ਬਹਾਦਰ ਸਾਹਿਬ ਕੋਲ ਗੁਰਤਾ ਗੱਦੀ ਦਿੱਲੀ ਤੋਂ ਚੱਲ ਕੇ ਆਪਣੇ ਆਪ ਆਈ। ਇੱਥੇ 22 ਜਿਹੜੇ ਸੀ ਉਹ ਆਪੋ ਆਪਣੇ ਏਜੰਟ ਲਈ ਫਿਰਦੇ ਸੀ ਵੀ ਸੰਗਤ ਨੂੰ ਪ੍ਰੇਰ ਕੇ ਸਾਡੇ ਕੋਲ ਲੈ ਕੇ ਆਓ। ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਸੰਗਤ ਆਪਣੇ ਆਪ ਚੱਲ ਕੇ ਆਈ। ਧਰਮ ਦੀ ਲੋਕ ਜਿਹੜੇ ਹੈ ਉਹ ਧਰਮ ਦਾ ਆਸਰਾ ਲੈਂਦੇ ਹੈ, ਤੇ ਇੱਥੇ ਧਰਮ ਆਪਣੇ ਆਪ ਚੱਲ ਕੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਆਉਂਦਾ ਹੈ ਕਿ ਮੈਂ ਖਤਰੇ ਦੇ ਵਿੱਚ, ਮੇਰੀ ਰਾਖੀ ਤੁਸੀਂ ਕਰੋ। ਤੇ ਚੌਥਾ, ਗੁਰੂ ਤੇਗ ਬਹਾਦਰ ਸਾਹਿਬ ਦਾ ਦਿੱਲੀ ਤੋਂ ਸੀਸ ਚੱਲ ਕੇ ਆਪਣੇ ਆਪ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਉਂਦਾ ਹੈ। ਇਹ 4 ਚੀਜ਼ਾਂ ਆਪਣੇ ਆਪ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕੋਲ ਚੱਲ ਕੇ ਆਉਂਦੀਆਂ। ਉਹਨਾਂ ਨੇ ਸਾਨੂੰ ਜ਼ਿੰਦਗੀ ਦੇ ਅੰਦਰ ਇੱਕ ਉਦਾਹਰਨ ਦੇ ਦਿੱਤੀ, ਜਿਸ ਦਿਨ ਤੇਰੀ ਸੁਰਤ ਟਿਕ ਜਾਵੇਗੀ, ਜਿਸ ਦਿਨ ਗੁਰੂ ਦੇ ਸ਼ਬਦ ਵਿੱਚ ਟਿਕ ਜਾਵੇਗਾ, ਯਾਦ ਰੱਖੀ ਆਪਣੇ ਆਪ ਸਾਰਾ ਕੁਝ ਚੱਲ ਕੇ ਤੇਰੇ ਕੋਲ ਆਵੇਗਾ। ਜੇ ਪਦਾਰਥਾਂ ਦੇ ਪਿੱਛੇ ਦੌੜੇਗਾ, ਕਦੇ ਪਦਾਰਥ ਤੇਰੇ ਹੱਥ ਵਿੱਚ ਨਹੀਂ ਆਉਣਗੇ। ਇੱਕ ਵਾਰੀ ਸੁਰਤ ਨੂੰ ਟਿਕਾ ਕੇ ਦੇਖ, ਸੁਰਤ ਗੁਰੂ ਸ਼ਬਦ ਵਿੱਚ ਜੋੜ ਕੇ ਦੇਖ,
ਕਈ ਵਾਰੀ ਨਾ ਮੇਰੇ ਵਰਗੇ ਕਹਿਣਗੇ ਮੈਂ ਤੇ ਜੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੰਨਦਾ ਏ। ਗੁਰੂ ਤੇਗ ਬਹਾਦਰ ਸਾਹਿਬ ਨੂੰ ਮੰਨਣਾ ਹੈ ਤੇ ਟਿਕ ਕੇ ਦੇਖ, ਗੁਰੂ ਤੇਗ ਬਹਾਦਰ ਸਾਹਿਬ ਵਾਂਗੂ ਸੁਰਤ ਨੂੰ ਟਿਕਾ ਕੇ ਦੇਖ, ਫਿਰ ਪਦਾਰਥ ਆਪਣੇ ਆਪ ਚੱਲ ਕੇ ਆਉਣਗੇ। ਗੁਰੂ ਤੇਗ ਬਹਾਦਰ ਸਾਹਿਬ ਨੂੰ ਮੰਨਣ ਵਾਲੇ ਉਹਨਾਂ ਦੀ ਜ਼ਿੰਦਗੀ ਵਿੱਚ ਟਿਕਾਏ, ਉਹਨਾਂ ਦੀ ਜ਼ਿੰਦਗੀ ਵਿੱਚ ਸਹਿਜ ਹੈ। ਤੇ ਯਾਦ ਰੱਖਿਓ ਜਿਸ ਦਿਨ ਜ਼ਿੰਦਗੀ ਵਿੱਚ ਸਹਿਜ ਆ ਗਿਆ, ਟਿਕਾ ਆ ਗਿਆ, ਫਿਰ ਮਨ ਆਪਣੇ ਆਪ ਆਖੇਗਾ ਅੱਜ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੰਨਣ ਲੱਗ ਪਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦਾ ਅੱਜ 400 ਸਾਲਾ ਆਪ ਮਨਾ ਰਹੇ ਹੈ। ਭਗਤ ਧੰਨਾ ਜੀ ਜਿਨ੍ਹਾਂ ਦਾ ਜਨਮ ਦਿਹਾੜਾ, ਜਿਨ੍ਹਾਂ ਨੇ ਰੱਬ ਤੇ ਭਰੋਸਾ ਕਰਕੇ ਦੱਸਿਆ ਕਿ ਇੱਕ ਵਾਰੀ ਰੱਬ ਤੇ ਭਰੋਸਾ ਕਰਕੇ ਦੇਖ, ਜਦੋਂ ਆਪਣਾ ਆਪ ਗੁਰੂ ਦੇ ਅੱਗੇ ਸਮਰਪਿਤ ਕਰ ਦੇਵੇਂਗਾ, ਯਾਦ ਰੱਖੀ ਗੁਰੂ ਆਪ ਤੇਰੇ ਆ ਕੇ ਕਾਰਜ ਕਰੇਗਾ। ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਭਾਵੇਂ ਕਿ ਉਹਨਾਂ ਦੇ ਇਤਿਹਾਸ ਦੇ ਨਾਲ ਇੱਕ ਸਾਖੀ ਬਣਾ ਦਿੱਤੀ ਕਿ ਪੱਥਰ ਦੇ ਵਿੱਚੋਂ ਰੱਬ ਨੂੰ ਪੈਦਾ ਕੀਤਾ, ਪਰ ਉਹ ਜਦੋਂ ਸਾਰਾ ਭਾਈ ਗੁਰਦਾਸ ਜੀ ਦਾ ਕਵਿੱਤ ਪੜ੍ਹਾਂਗੇ ਤੇ ਉਹਦੇ ਵਿੱਚ ਪ੍ਰਤੱਖ ਹੈ ਵੀ ਭਗਤ ਧੰਨਾ ਜੀ ਜਿਹੜਾ, ਕਿਉਂਕਿ ਆਮ ਕਰਕੇ ਜੱਟਾਂ ਦਾ ਜਿਹੜਾ ਮਨ ਹੁੰਦਾ ਹੈ ਇਹ ਪੱਥਰ ਵਰਗਾ ਹੁੰਦਾ ਹੈ। ਪੱਥਰ ਵਰਗੇ ਮਨ ਦੇ ਅੰਦਰ ਵੀ ਰੱਬ ਪ੍ਰਗਟ ਹੋ ਜਾਂਦਾ। ਜਦੋਂ ਰੱਬ ਪ੍ਰਗਟ ਹੋਣ ਤੇ ਆਉਂਦਾ ਹੈ, ਉਹ ਪੱਥਰ ਵਰਗਾ ਦਿਲ ਵੀ ਪਿਘਲ ਜਾਂਦਾ ਹੈ। ਇਹ ਸੀ ਅਸਲ ਵਿੱਚ ਸਿਧਾਂਤ। ਤੇ ਗੁਰੂ ਅਰਜਨ ਸਾਹਿਬ ਨੇ ਕਿਹਾ ਕਿ ਇਹ ਬਿਦ ਸੁਣ ਕੇ ਜੱਟ ਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ। ਉਹਨਾਂ ਨੇ ਭਗਤੀ ਕੀਤੀ ਰੱਬ ਦੀ, ਭਾਵ ਕਿ ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਇਆ। ਫਿਰ ਪ੍ਰਤੱਖ ਜਿਹੜੇ ਸੀ ਭਗਤ ਧੰਨੇ ਦੇ ਕਾਰਜ, ਟਾਂਕ ਦੇ ਜਿਹੜਾ ਇਲਾਕਾ ਰਾਜਸਥਾਨ ਦੇ ਵਿੱਚ ਉਹਨਾਂ ਦਾ ਵੱਡਾ ਸਥਾਨ, ਜਿੱਥੇ ਉਹਨਾਂ ਦਾ ਖੂਹ ਵੀ ਮੌਜੂਦ ਹੈ, ਜਿੱਥੇ ਉਹਨਾਂ ਨੇ ਖੇਤੀਬਾੜੀ ਦਾ ਕੰਮ ਕੀਤਾ, ਉਸ ਜਗ੍ਹਾ ਦੇ ਉੱਪਰ ਉਹ ਅੱਜ ਵੀ ਉਹ ਰੱਬ ਦੀਆਂ ਬਰਕਤਾਂ ਜਿਹੜੀਆਂ ਨਜ਼ਰ ਆਉਂਦੀਆਂ ਨੇ। ਸਤਿਗੁਰੂ ਜੀ ਕਿਰਪਾ ਕਰੇ ਸਾਡਾ ਵਿਸ਼ਵਾਸ ਭਗਤ ਧੰਨਾ ਜੀ ਵਰਗਾ ਗੁਰੂ ਦੇ ਉੱਪਰ ਬਣ ਜਾਵੇ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਆਪਣੇ ਚਰਨਾਂ ਦਾ ਪਿਆਰ ਗੁਰਸਿੱਖੀ ਵਾਲੇ ਜੀਵਨ ਬਖਸ਼ਿਸ਼ ਕਰਨ, ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ। ਗੁਰਮੁਖ ਪਿਆਰਿਆਂ ਨੇ ਜਿਨ੍ਹਾਂ ਨੇ ਤਨ ਮਨ ਧਨ ਨਾਲ ਸੇਵਾ ਕੀਤੀ ਹੈ, ਸਤਿਗੁਰੂ ਜੀ ਉਹਨਾਂ ਦੀ ਸੇਵਾ ਦਰ 'ਤੇ ਪ੍ਰਵਾਨ ਕਰਨ।